मैं हुण ये नहीं समझा कि ਵਧਾਈ ਪਹਿਲਾਂ ਕਿਹੜੀ ਦਵਾਂ। ਅਸੀਂ ਦੋਵੇਂ ਐਕਸੈਪਟ ਕਰ ਲਿੱਤੀਆਂ। ਖੁੱਲ ਕੇ ਮੈਨੂੰ ਬਹੁਤ ਚੰਗਾ ਲੱਗਾ ਕਿ ਮੈਂ ਤੁਹਾਨੂੰ ਇਸ ਹਾਲਤ ਦੇ ਵਿੱਚ ਇੰਟਰਵਿਊ ਕਰ ਰਿਹਾ ਹੈ ਨਾ। ਤੱਕੇ ਕਰ ਰਹੀਆਂ ਨੇ I have at least 3 of them right now। ਫਿਰ ਯਾਮੀ ਪ੍ਰਾਊਡ ਹੋ ਰਿਹਾ ਸੀ, ਹਾਂ ਮੈਂ ਸਹੀ ਬੰਦਾ ਹੀ ਚੁਣਿਆ ਆ। ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ। ਜਦ ਤੁਸੀਂ ਮੰਮੀ ਬਣਨ ਵਾਲੇ ਹੋ ਤੇ ਉਸ ਟਾਈਮ ਦੇ ਉੱਤੇ ਲਾਈਕ ਤੁਹਾਡੇ ਪ੍ਰੋਫੈਸ਼ਨਲ ਕੈਰੀਅਰ ਤੋਂ ਵੀ ਜਦ ਤੁਹਾਨੂੰ ਗੁੱਡ ਨਿਊਜ਼ ਮਿਲਣ ਲੱਗ ਜਾਂਦੀ ਹੈ, ਇਹ ਅਹਿਸਾਸ ਹੀ ਬਿਲਕੁਲ ਹੀ ਵੱਖਰਾ ਹੈ, ਇਹਦਾ ਕੋਈ ਕੰਪੈਰੀਜ਼ਨ ਹੀ ਨਹੀਂ ਹੈਗਾ। ਜਦ ਇੱਕ ਨਾਰਮਲ ਇਨਸਾਨ ਜਾ ਕੇ 15 ਕੁ ਮਿੰਟ ਵੀ ਉਸ ਐਕਸ਼ਨ ਸੀਨ ਦੇ ਵਿੱਚ ਬਿਤਾ ਲਵੇ ਨਾ, ਉਹਦੀ ਬੈਂਡ ਵੱਜ ਜਾਏਗੀ। ਤਾਂ ਤੁਹਾਡੇ ਲਈ ਇਹ ਸਾਰਾ ਕਿਵੇਂ ਚੱਲ ਰਿਹਾ ਹੈ? ਆਈ ਥਿੰਕ ਕहीं ਨਾ ਕहीं सबकॉन्शियसली ਮੇਰੀ ਇੰਸਪੀਰੇਸ਼ਨ ਮੇਰੀ ਮਦਰ ਹੈਗੀ। ਸਾਰੇ ਰੋਲਸ ਰਿਟਾਇਰ ਹੋ ਸਕਦੇ ਨੇ ਬਟ ਇੱਕ ਮਾਂ ਦਾ ਰੋਲ ਮੈਨੂੰ ਲੱਗਦਾ ਕਦੇ ਵੀ ਰਿਟਾਇਰ ਨਹੀਂ। ਕਿਉਂ ਹੋਣਾ ਇੱਥੇ ਹੋ ਗਿਆ ਕਰੇ। एक इमोशनल कैरेक्टर और एक स्ट्रॉन्ग लेडी जो फाइट भी कर सकती है, उस पूरे ग्राफ को इन्होंने कवर किया। काफी स्पेशल मूवमेंट था जब पता चला, बिकॉज इतने ज्यादा बिजी थे, हमने सोचा भी नहीं था कि ऐसी गुड न्यूज सडनली सुनने को मिलेगी। बट जब ਹੈਲੋ ਜੀ, ਮੈਂ ਹਾਂ ਭਵਨੀਤ ਕੌਸ਼ਲ, ਤੁਸੀਂ ਵੇਖ ਰਹੇ ਹੋ ABP ਸਾਂਝਾ। ਤੇ ਅੱਜ ਨਾ ਸਾਡੇ ਨਾਲ ਇੱਕ ਕੁੜੀ ਮੌਜੂਦ ਹੈ ਤੇ ਨਾਲ ਇੱਕ ਐਸਾ ਮੁੰਡਾ ਮੌਜੂਦ ਹੈ जोहा ਨੇ ਮਿਲ ਕੇ ਇੱਕ ਐਸੀ ਚੀਜ਼ ਕ੍ਰੀਏਟ ਕਰ ਦਿੱਤੀ ਹੈ ਜਿਸ ਨੂੰ ਵੇਖ ਕੇ ਲੋਕ ਕਹਿ ਰਹੇ ਨੇ ਭਾਈ ਮਜ਼ਾ ਆ ਗਿਆ। ਇਸੇ ਕਰਕੇ ਬਾਕਸ ਆਫਿਸ ਕਲੈਕਸ਼ਨਸ ਵੀ ਤਿਆਰ ਨੇ ਤੇ ਉਹਨਾਂ ਨੂੰ ਰੋਜ਼ ਕੰਪਲੀਮੈਂਟਸ ਪਹੁੰਚ ਰਹੇ ਨੇ ਤੇ ਅੱਜ ਸੋਚਿਆ ਕਿ ਕੁਝ ਕੰਪਲੀਮੈਂਟਸ ਅਸੀਂ ਵੀ ਦੇ ਦਈਏ। ਯਾਮੀ ਤੇ ਦਿੱਤੇ ਹੋ, ਵੈਲਕਮ ਟੂ ABP। थैंक यू सो मच। पंजाबी नहीं देर बाद पंजाबी सुन के बहुत ਵਧੀਆ ਲੱਗ ਰਿਹਾ ਹੈ। ਮੈਨੂੰ ਸਕੂਲ ਦੀ ਯਾਦ ਆ ਗਈ ਜ਼ਿਆਦਾ। ਮੈਨੂੰ ਯਾਦ ਆ ਪਰ ਲਾਸਟ ਜਦ ਮਿਲੇ ਸੀ ਤਦ ਪੰਜਾਬੀ ਚ ਆਪਣੀ ਗੱਲ ਹੋਈ ਸੀ। ਮੈਂ ਕਹਿੰਦਾ ਉਸ ਤੋਂ ਬਾਅਦ ਤੁਸੀਂ ਬੰਬੇ ਚੱਲ ਗਏ, ਫਿਰ ਸਾਨੂੰ ਕਿੱਥੇ ਹੀ ਟੱਕਰਦੇ ਹੋ ਤੁਸੀਂ। ਨਹੀਂ, ਕੀ ਗੱਲ ਕਰ ਰਹੇ ਹੋ। ਬਿਲਕੁਲ, ਪਹਿਲਾਂ ਉਹਨਾਂ ਨੂੰ ਬਹੁਤ ਵਧਾਈ, ਬਹੁਤ ਵਧਾਈ। ਜਿੱਦਾਂ ਹੀ ਲਾਈਕ ਸਭ ਤੋਂ ਪਹਿਲਾਂ ਤਾਂ ਮੈਂ ਹੁਣ ਇਹ ਨਹੀਂ ਸਮਝਿਆ ਕਿ ਵਧਾਈ ਪਹਿਲਾਂ ਕਿਹੜੀ ਦਵਾਂ। ਅਸੀਂ ਦੋਵੇਂ ਐਕਸੈਪਟ ਕਰ ਲਿੱਤੀਆਂ। ਅੱਛਾ, ਦੋਨੋਂ ਆ ਗਈਆਂ। ਆਰਟੀਕਲ 370 ਦੀ ਜੇ ਗੱਲ ਕਰਾਂ, ਜਦ ਦੀ ਫਿਲਮ ਆਈ ਹੈ ਨਾ, ਜਿਸ ਦਿਨ ਟ੍ਰੇਲਰ ਲਾਂਚ ਹੋਇਆ ਉਸ ਤੋਂ ਲੈ ਕੇ ਜਦ ਇਹ ਰਿਲੀਜ਼ ਹੋਈ, ਬਹੁਤ ਲੋਕਾਂ ਦੇ ਦਿਮਾਗ ਦੇ ਵਿੱਚ ਬਹੁਤ ਕੁਝ ਸੀਗਾ ਕਿ ਇਹ ਐਕਚੁਅਲੀ ਨਿਕਲ ਕੀ ਆਊਗਾ। ਲੇਕਿਨ ਜਿੱਦਾਂ ਇਸ ਨੂੰ ਇੰਬਰੇਸ ਕੀਤਾ, ਜਿੱਦਾਂ ਲੋਕਾਂ ਨੇ ਇਹਨੂੰ ਲਾਈਕ ਐਕਸੈਪਟ ਕੀਤਾ, ਉਸ ਐਕਸੈਪਟੈਂਸ ਦੀ ਤੁਹਾਨੂੰ ਪਹਿਲਾਂ ਤੋਂ ਉਮੀਦ ਸੀਗੀ? ਦੋਨੋਂ ਮੈਨੂੰ ਦੱਸੋ। ਉਮੀਦ ਤਾਂ ਸੀਗੀ ਬਬਨੀ ਜੀ, ਉਮੀਦ ਤੇ ਦੁਨੀਆ ਕਾਇਮ ਹੈ ਤੇ ਬਾਕੀ ਆਫ ਕੋਰਸ ਤੁਸੀਂ ਪੂਰਾ ਪ੍ਰਿਡਿਕਟ ਨਹੀਂ ਕਰ ਸਕਦੇ ਕਿਉਂਕਿ ਬਹੁਤ ਸਾਰੇ ਲੋਕੀ ਸੀ ਜੋ ਸਾਨੂੰ ਕਹਿ ਰਹੇ ਸੀ ਜਦ ਫਿਲਮ ਬਣਨੀ ਹਲੇ ਸ਼ੁਰੂ ਹੋਈ ਨਹੀਂ ਸੀਗੀ ਕਿ ਆਯੁਸ਼ ਸ਼ੋ ਬਹੁਤ ਵੱਖਰਾ ਕਨਸੈਪਟ ਹੈਗਾ, ਕੋਈ ਉਸ ਤਰ੍ਹਾਂ ਦੇ ਟ੍ਰੋਪਸ ਨਹੀਂ ਹੈਗੇ ਇਸ ਫਿਲਮ 'ਚ, ਕੋਈ ਓਬਵੀਅਸਲੀ ਕੋਈ ਸੌਂਗ ਡਾਂਸ ਨਹੀਂ ਹੈ, ਕੋਈ ਵਾਇਲੈਂਸ ਨਹੀਂ ਹੈ, ਐਕਸ਼ਨ ਹੈਗਾ ਪਰ ਉਹਨਾਂ ਪੂਰਾ ਐਕਸ਼ਨ ਬੇਸਡ ਫਿਲਮ ਨਹੀਂ ਹੈਗੀ ਹੈ, ਇਹ ਬੇਸਡ ਹੈ ਇੱਕ ਲਾਅ ਤੇ ਲਾਅ ਆਫ ਕੋਰਸ ਬਹੁਤ ਇੰਪੋਰਟੈਂਟ ਸਬਜੈਕਟ ਹੈਗਾ। ਜਿਹੜੀ ਆਪਾਂ ਗੱਲ ਕਰ ਰਹੇ ਆਰਟੀਕਲ 370 ਦੀ, ਕੀ ਹੋਇਆ ਸੀ 70 ਸਾਲ ਪਹਿਲਾਂ, ਕਿ ਇਹੋ ਜਿਹੀ ਕੀ ਗੱਲ ਹੋਈ ਕਿ ਅੱਜ ਵੀ ਸਾਨੂੰ ਅਫੈਕਟ ਕਰਦਾ ਹੈ, ਕਿਸ ਤਰ੍ਹਾਂ ਤੋਂ ਅਫੈਕਟ ਕਰਦਾ ਹੈ। ਤੇ ਜਦ ਐਬਰੋਗੇਟ ਹੋਇਆ ਦੈਨ ਹਾਊ ਡਿਡ ਦੈਟ ਹੈਪਨ, ਔਰ ਟੀਮ ਕਿਹੜੀ ਸੀਗੀ ਉਹਦੇ ਪਿੱਛੇ, ਇੰਨੀ ਵੱਡੀ ਟੀਮ ਤੇ ਬਿਨਾਂ ਕਿਸੇ ਕੁਝ ਵੀ ਲੀਕ ਹੋਏ, ਬਿਨਾਂ ਕੁਝ ਵੀ bloodshed ਹੋਏ on the streets in Kashmir and ਇੰਨਾ ਵੱਡਾ ਸਟੈਪ ਲਿੱਤਾ ਗਿਆ ਕਿ ਆਲਮੋਸਟ ਸਾਡੇ ਜਿਹੜੇ ਪੋਲੀਟੀਕਲ ਹਿਸਟਰੀ 'ਚ ਆਪਣਾ ਇੱਕ ਨਾਮ ਬਣਾਤਾ ਇਸ ਦਿਨ ਨੇ। ਬਟ ਸਾਨੂੰ ਲੱਗਿਆ ਆਦਿਤਿਆ, ਮੈਂ ਆਪਾਂ ਉਹੀ ਗੱਲ ਕਰਦੇ ਸੀ ਸ਼ੂਟਿੰਗ ਤੋਂ ਪਹਿਲਾਂ ਕਿ ਅਸੀਂ ਜਿਹੜਾ ਵੀ ਕੰਮ ਕੀਤਾ ਕੋਈ ਡਰ ਨਹੀਂ ਰੱਖਿਆ, ਕੋਈ ਹਮੇਸ਼ਾ ਕੋਈ ਬੋਲਡ ਕੰਮ ਕੀਤਾ ਹੈ ਤੇ ਹਮੇਸ਼ਾ ਇਹ ਸੋਚ ਕੇ ਕੀਤਾ ਕਿ ਜਦ ਇੰਟੈਂਸ਼ਨ ਸਹੀ ਹੋਵੇ ਤਾਂ ਸਭ ਕੁਝ ਸਹੀ ਹੁੰਦਾ। ਤੇ ਆਡੀਅנס ਬਹੁਤ ਸਾਰੇ ਲੋਕ ਅੰਡਰਐਸਟੀਮੇਟ ਕਰਦੇ ਨੇ ਆਪਣੀ ਆਡੀਅנס ਨੂੰ ਕਿ ਨਹੀਂ ਉਹਨਾਂ ਨੂੰ ਇੱਕ ਸਰਟਨ ਤਰ੍ਹਾਂ ਦੀ ਹੀ ਫਿਲਮ ਚੱਲੂਗੀ। ਅਗਰ ਉਰੀ ਚਲੀਏ ਤਾਂ ਚਲੋ ਜੀ ਬਹੁਤ ਸਾਰੀ ਵॉर ਫਿਲਮਸ, ਕੁਝ ਹੋਰ ਚਲਿਆ ਤੇ ਇਹੀ ਫਿਲਮਸ। ਪਰ ਆਈ ਥਿੰਕ ਟ੍ਰੈਂਡ ਸੈੱਟ ਕਰਨਾ ਮੈਨੂੰ ਲੱਗਦਾ ਇਹ ਆਦਿਤਿਆ ਦਾ ਉਹਨਾਂ ਦਾ ਜੀਨੀਅਸ ਮਾਈਂਡ ਹੈ। ਅਸੀਂ ਤਾਂ ਸਿਰਫ ਕੰਮ ਕਰਨਾ, ਅਸੀਂ ਮਜ਼ਦੂਰੀ ਕਰਨ ਆਉਂਦੇ ਸੈੱਟ ਤੇ। ਅਸੀਂ ਉਹੀ ਵੇਖ ਰਹੇ ਕਿ ਹੋਰ ਕਿਹੜੇ ਟ੍ਰੈਂਡ ਦਿੱਤੇ ਅੱਗੇ ਸੈੱਟ ਕਰਨ ਵਾਲੇ ਨੇ। ਨਹੀਂ ਆਈ ਐਮ ਸੋ ਹੈਪੀ, ਆਈ ਐਮ ਸੋ ਗਲੈਡ ਕਿ ਆਡੀਅנס ਨੇ ਬਿਲਕੁਲ ਸਾਨੂੰ ਸਹੀ ਪ੍ਰੂਫ ਕੀਤਾ ਕਿ ਜੇ ਅਗਰ ਫਿਲਮ ਨੂੰ ਸਕਸੈਸ ਮਿਲ ਰਹੀ ਹੈ ਤਾਂ ਇਹਦਾ ਕ੍ਰੈਡਿਟ ਆਡੀਅנס ਨੂੰ ਜਾਂਦਾ ਹੈ ਕਿ ਉਹ ਕਨੈਕਟ ਕਰੀਏ ਇਹੋ ਜਿਹੀ ਫਿਲਮ ਦੇ ਨਾਲ ਵਿਚ ਇਜ਼ ਸੋ ਨਿਊ ਆਫ ਐਨ ਏਜ ਐਂਡ ਸੱਚ ਐਨ ਇੰਪੋਰਟੈਂਟ ਸਬਜੈਕਟ, ਸਪੈਸ਼ਲੀ ਜਿਹੜਾ ਯੂਥ ਹੈਗਾ। ਤੇ ਵੀ ਆਰ ਵੈਰੀ ਹੈਪੀ। ਤੇ ਅਦਿੱਤਿਆ, ਜਦ ਤੁਸੀਂ ਲਿਖ ਰਹੇ ਸੀ ਪਹਿਲਾਂ ਹੀ ਪਤਾ ਸੀ ਕਿ ਮੈਂ ਯਾਮੀ ਨੂੰ ਹੀ ਕਾਸਟ ਕਰਨਾ, ਕਿ ਪਹਿਲਾਂ ਸੋਚਿਆ ਸੀਗਾ ਯਾਰ ਘਰ वाली तो पैसे कट करा लांगे? जब हम लिख रहे होते हैं तब
एटलीस्ट मैं बिल्कुल ध्यान में नहीं रखता कि एक्टर कौन होगा, बिकॉज फिर आप जी। एक्टर के हिसाब से लिखने लग जाते हैं, उनके टैलेंट के हिसाब से, जिस तरीके से आपने उनकी पिछली फिल्में देखी हो उस हिसाब से लिखने लग जाते हैं। तो मेरी हमेशा आदत है कि जब मैं लिखता हूँ तो किसी एक्टर को दिमाग में नहीं रखता, मैं सिर्फ उस कैरेक्टर को दिमाग में रखता हूँ। और मैं हमेशा उन लोगों को कास्ट करता हूँ जिनको मुझे पता है कि कैपेबिलिटी है, जो वो कैरेक्टर में घुस के कुछ नया कर सकते हैं, क्योंकि मैंने कैरेक्टर उनके हिसाब से नहीं लिखा, उनको कैरेक्टर में घुसना पड़ेगा। एंड यस। अगर आप उरी भी देखे या अगर आप आर्टिकल 370 भी देखे, दोनों एक्टर्स ने, चाहे वो विक्की हो या चाहे यामी हो, उन्होंने वो कैरेक्टर की घुट्टी बना के पी ली। जिस तरीके से उन्होंने परफॉर्म किया, जिस तरीके से वो घुस गए उस कैरेक्टर में, वो इसी वजह से हो पाया क्योंकि वो कैरेक्टर इन पे नहीं लिखा गया था, इनको कैरेक्टर में डाला गया था। तो ये एक हमारा पॉइंट था उसको करने का। एंड दूसरा ये था कि जब हम ऐसा कुछ काम करते हैं हम बहुत प्रोफेशनली करते हैं। हमारा वो ये नहीं होता कि डाइनिंग टेबल के आमने सामने बैठे हैं, खाना खा रहे हैं, डिस्कशन हो रहा है कि अच्छा ये फिल्म मैं आपको ऑफर करने जा रहा हूँ, वैसा नहीं होता हमारा। हमारा हमारी कंपनी का डिस्कशन हुआ, पहले पूरी कंपनी में डिस्कशन हुआ, जियो स्टूडियोज के साथ जो हमारे को प्रोड्यूसर्स हैं उनके साथ डिस्कशन हुआ। एंड देन एक यूनानिमस डिसीजन लिया गया कि हम यामी को अप्रोच करेंगे इस फिल्म के लिए। एंड फिर हमारी ऑफिस से यामी की मैनेजमेंट कंपनी को कॉल गया कि हम आपके आर्टिस्ट को हायर करना चाहते हैं इस प्रोजेक्ट के लिए, क्या डेट्स मिलेंगी। तो वो बिल्कुल हमारे घर में, क्योंकि हमारा जो पर्सनल लाइफ है वो एक तरफ है और जो प्रोफेशनल लाइफ है वो बिल्कुल दूसरी तरफ है, हम ज्यादा मिक्स नहीं करते उसको। बट तो डिनर टेबल पे discuss होती हैं। डिनर टेबल पे एक्चुअली हमारी जो डिस्कशन होती है वो ज्यादातर, अरे वो फिल्म देखी यार, उसका जो वो एक्टर ने जो वो सीन किया है ना यार, क्या कमाल। सो हमारी ज्यादा एजुकेशनल कॉन्वर्सेशंस होती है हम्म कि या फिर अगर कोई रिलेटेड हो, तो अगर मान लीजिए इनका कोई बहुत डिफिकल्ट सीन है हम्म एंड इनको अगर कुछ कुछ रिहर्सल करना हो या कुछ सजेशन चाहिए हो, तो शायद उस लिहाज में होती है। बिकॉज हम दोनों का एक वो मानना है कि बिकॉज शादी करी और शादी का जो सार होता है वो एक दूसरे को आगे बढ़ाना होता है, तो कहीं ना तो कहीं बिल्कुल। हमारा वो हमेशा वो थॉट प्रोसेस कैसे हम एक दूसरे को और आगे बढ़ा सकते और बेहतर बना सकते। तो आपके ग्रीन फ्लैग ने ट्रेलर लॉन्च पे देख लिए थे। आदित्य धर एक बहुत अच्छे ग्रीन फ्लैग बन चुके हैं वैसे इंस्टाग्राम पर। Green ने- flag, green forest, यामी she बहुत खुश was हो so रही थी। cute. है हाँ, ना यामी होया सी ना ये ट्रेलर लॉन्च तो बाद हर कोई कह रहा सी, फिर यामी प्राउड हो रहा सी, हाँ मैं सही बंदा ही चुनिया आ। ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ, ਉਸ ਤੁਹਾਨੂੰ ਹਾਲੇ ਪਤਾ ਲੱਗਿਆ। ਉਹੀ ਨਾ ਹੁਣ ਤੋਂ ਪਤਾ ਲੱਗੂਗਾ, ਅਸੀਂ ਤਾਂ ਉੱਥੇ ਉੱਥੇ ਹੀ ਕਹਾਂਗੇ ਨਾ ਕਿ ਹਾਂ ਬਈ ਬਈ ਕੁੜੀ ਨੂੰ ਵਧੀਆ ਮੁੰਡਾ ਮਿਲ ਗਿਆ ਜੀ। So sweet. So It's very sweet of you. It's बट very, very sweet. मेरा वो मानना है कि वो कोई भी अच्छे घर का लड़का अगर मेरी जगह पे होता, वो भी अपनी वाइफ के लिए वही करता जो मैंने किया। मैंने सिर्फ एक तकिया दिया क्योंकि वो थोड़ा सा अनकंफर्टेबल हो रही थी, तो कोई भी करता। हाँ तो उसमें मुझे ऐसा नहीं लगता कि मैंने कुछ एक्स्ट्रा किया या मैंने कुछ बहुत बढ़िया किया। कोई भी अच्छे घर का लड़का, कोई भी अच्छे परवरिश का लड़का हो, वो अपनी वाइफ के लिए जरूर ये सब करता So sweet. बिल्कुल। तकिए 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 कर दिया नितिन. I have at least 3 of them right now. ਬਟ ਯਾਮੀ ਲਾਈਕ ਯੂ نو ਇਹ ਬਹੁਤ ਬਿਊਟੀਫੁਲ ਫੇਜ਼ ਹੁੰਦਾ ਹੈ ਜ਼ਿੰਦਗੀ ਦੇ ਵਿੱਚ, ਹੈ ਨਾ, ਕਿ ਜਦ ਤੁਸੀਂ ਮੰਮੀ ਬਣਨ ਵਾਲੇ ਹੋ ਤੇ ਉਸ ਟਾਈਮ ਦੇ ਉੱਤੇ ਲਾਈਕ ਤੁਹਾਡੇ ਪ੍ਰੋਫੈਸ਼ਨਲ ਕੈਰੀਅਰ ਤੋਂ ਵੀ ਜਦ ਤੁਹਾਨੂੰ ਗੁੱਡ ਨਿਊਜ਼ ਮਿਲਣ ਲੱਗ ਜਾਂਦੀ ਹੈ, ਲਾਈਕ ਇਹ ਦੋਨੋਂ ਖੁਸ਼ੀਆਂ ਕਿਵੇਂ ਸਾਂਭ ਰਹੇ ਹੋ ਮੈਨੂੰ ਇਹ ਦੱਸੋ। ਲਾਈਕ ਘਰ ਦੇ ਕਹਿੰਦੇ ਨਾ ਕਿ ਕਹਿੰਦੇ ਖੁਸ਼ੀ ਨੂੰ ਸਾਂਭਣਾ ਵੀ ਬਹੁਤ ਕਈ ਵਾਰੀ ਔਖਾ ਹੁੰਦਾ ਆ। नहीं, I think इन्ना thank you Bhavneet, and of course ਇਹ ਖੁਸ਼ੀ ਤਾਂ ਵੱਖਰੀ ਬਿਲਕੁਲ ਹੈਗੀ ਹੈ ਜਿਹੜੀ personal news ਹੈਗੀ ਹੈ. It's a blessing and ਇਹ ਅਹਿਸਾਸ ਹੀ ਬਿਲਕੁਲ ਹੀ ਵੱਖਰਾ ਹੈ, ਇਹਦਾ ਕੋਈ ਕੰਪੈਰੀਜ਼ਨ ਹੀ ਨਹੀਂ ਹੈਗਾ। ਬਟ ਜਿਹੜਾ ਸਾਹਮਣਾ ਹੁੰਦਾ ਹੈ, ਜਿਹੜਾ ਬੈਲੈਂਸ ਕਰਨਾ ਹੁੰਦਾ, ਆਈ ਥਿੰਕ ਐਕਸਪੀਰੀਅੰਸ ਤੁਹਾਨੂੰ ਸਿਖਾ ਦਿੰਦਾ ਹੈ। ਤੇ ਜਦ ਵੀ ਜਿਹੜਾ ਇੱਕ ਫੇਸ ਹਰ ਇੱਕ ਦੇ ਲਾਈਫ ਤੋਂ ਬਹੁਤ, ਮੈਨੂੰ ਲੱਗਦਾ ਬਹੁਤ ਜ਼ਰੂਰੀ ਫੇਸ ਹੁੰਦਾ ਹੈ ਵੇਅਰ ਤੁਸੀਂ ਆਪਣੇ ਆਪ ਨੂੰ ਡਿਸਕਵਰ ਕਰਦੇ ਹੋ, ਤੁਸੀਂ ਕਿਸ ਤਰ੍ਹਾਂ ਦਾ ਕੰਮ ਚਾਹੁੰਦੇ ਹੋ, ਤੁਸੀਂ ਕਿਸ ਤਰ੍ਹਾਂ ਦੀ ਪਹਿਚਾਣ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਯਾਦ ਰੱਖਣ, ਜਾਂ ਤੁਸੀਂ ਕਿਸ ਤਰ੍ਹਾਂ ਦੀ ਫਿਲਮਾਂ ਕਰਨ ਚਾਹੁੰਦੇ ਹੋ, ਰਾਈਟ। ਐਂਡ ਤੇ ਉਸਦੇ ਵਿੱਚ ਕੁਝ ਸਹੀ ਡਿਸੀਜਨਸ ਵੀ ਹੁੰਦੇ ਨੇ, ਕੋਈ ਬਹੁਤ ਨਹੀਂ ਵੀ ਸਹੀ ਹੁੰਦੇ ਨੇ, ਤੇ ਬਹੁਤ ਜ਼ਰੂਰੀ ਹੁੰਦਾ ਹੈ ਉਹ ਜਾਣਨਾ ਲਈ ਕਿ what is not working and ਤੁਹਾਡੇ ਲਈ ਸਹੀ ਕਿਆ ਨਹੀਂ ਹੈ। ਤੇ then what happens with that ਕਿ ਜਿਹੜਾ जब ਤੁਹਾਨੂੰ बहुत खुशी मिलती है, ਤੁਹਾਨੂੰ सक्सेस मिलती है, मतलब मेरी पिछली कम से कम 7-8 फिल्मों ਨੂੰ बहुत प्यार मिले है,
आई फील हैप्पी, ਮੈਨੂੰ ਬਹੁਤ ਖੁਸ਼ੀ ਹੁੰਦੀ ਹੈ, ਬਟ ਆਫਟਰ ਕੁछ few moments, ਕੁछ ਪਲਾਂ ਤੋਂ ਬਾਅਦ ਮੈਂ ਦੁਬਾਰਾ you come back to absolutely कि अच्छा आज की बने खाने च, अच्छा आज की करिए ओ यार वो थोड़ा मतलब you're back to reality. I'm never away from reality. Then anything which God forbid ਜੇ ਕੁਝ ਨਹੀਂ ਕੰਮ ਕਰਦਾ ਹੈ ਜਾਂ ਕੁਝ ਤੁਹਾਡੇ ਐਕਸਪੈਕਟੇਸ਼ਨਸ ਨਾਲ ਉਹ ਫਿਲਮ ਨਹੀਂ ਮਿਲਦੀ, it doesn't hurt you also, ਕਿਉਂਕਿ ਤੁਹਾਨੂੰ ਤੁਹਾਡਾ ਸੱਚ ਪਤਾ ਹੈ ਕਿ ਤੁਸੀਂ ਮਿਹਨਤ ਕੀਤੀ ਹੈ, ਤੁਸੀਂ ਇੱਕ ਅੱਛੀ ਫਿਲਮ ਦੇ ਨਾਲ ਜੁੜੇ ਹੋ, ਤੁਸੀਂ ਸਭ ਕੁਝ ਕੀਤਾ ਹੈ, and then it's not in your hands, but luckily it's worked for me till now. ਤੇ ਮੈਂ ਬਹੁਤ ਕੰਟੇਨ ਰਹਿੰਦੀ, ਆਪਾਂ ਦੋਵੇਂ ਐਕਚੁਅਲੀ very similar that way ਕਿ ਬਹੁਤ ਜ਼ਿਆਦਾ ਗੱਲ ਕੀਤੀ ਨਾ, ਉਹ ਪਰਦੇ ਤੇ ਵੀ ਦਿਖਦੀ ਹੈ। ਜਦ ਅਸੀਂ ਟ੍ਰੇਲਰ ਹੀ ਵੇਖਿਆ ਸੀ ਨਾ, ਇਹ ਲੱਗ ਗਿਆ ਸੀਗਾ ਕਿਉਂਕਿ ਨਾ ਨਾਰਮਲੀ ਜਦ ਇੱਕ ਨਾਰਮਲ ਇਨਸਾਨ ਜਾ ਕੇ 15 ਕੁ ਮਿੰਟ ਵੀ ਉਸ ਐਕਸ਼ਨ ਸੀਨ ਦੇ ਵਿੱਚ ਬਿਤਾ ਲਵੇ ਨਾ, ਉਹਦੀ ਬੈਂਡ ਵੱਜੇਗੀ, ਕਿਉਂਕਿ ਉਹ ਜਦ ਦੇਖਦੇ ਆ ਨਾ ਉਹ ਦੇਖਣ ਨੂੰ ਬਹੁਤ ਸੌਖਾ, ਅੱਛਾ ਐ ਕੀਤਾ ਹੋਏਗਾ, ਬਟ ਇਹਦੇ ਪਿੱਛੇ ਦੀ ਜਿਹੜੀ ਮਿਹਨਤ ਹੈ, ਐਂਡ ਆਈ ਜਸਟ ਵਾਂਟ ਟੂ ਨੋ, ਕਿਉਂਕਿ ਲਾਈਕ ਉਹ ਜੋ ਕਰਦੇ ਵੇਖ ਰਹੇ ਅਸੀਂ ਤੁਹਾਨੂੰ, ਹੈ ਨਾ, ਮੇਰੇ ਖਿਆਲ ਨਾਲ ਤੁਸੀਂ ਪਹਿਲਾਂ ਉਦਾਂ ਉਸ ਤਰ੍ਹਾਂ ਦਾ ਤਾਂ ਕੁਝ ਕੀਤਾ ਨਹੀਂ ਹੈ, ਉਹਦੇ ਵਾਸਤੇ ਟ੍ਰੇਨਿੰਗ ਇਹ ਕਿੱਦਾਂ ਹੋਈ, ਤੇ ਆਦਿਤਿਆ ਨੂੰ ਕਿੰਨਾ ਸਰਪ੍ਰਾਈਜ਼ ਕੀਤਾ? ਉਹ ਡਰ ਤਾਂ ਨਹੀਂ ਹੈ ਕਿ ਘਰੇ ਆ ਕੇ ਮੈਨੂੰ ਨਾ ਹੱਸੂ ਦੇਵੇ? ਆਦਿਤਿਆ ਨੇ ਤਾਂ ਮੈਨੂੰ ਲੱਗਦਾ ਜ਼ਿਆਦਾ ਧੱਕਾ ਮਾਰਿਆ ਕਿ ਨਹੀਂ ਕਰੋ ਤੁਸੀਂ ਪੂਰਾ ਕਰੋ, he used to be always there to support. ਮੈਂ ਇੱਕ ਛੋਟੀ ਜੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਸੀ, ਤੇ ਦੂਜਾ ਸ਼ਾਟ ਹੀ ਮੈਂ ਨਹੀਂ ਬਣਾਈ ਸੀ, ਆਫ ਕੋਰਸ ਵੀਡੀਓ ਟੀਮ ਕਰ ਰਹੀ ਸੀ, ਤੇ ਦੂਜਾ ਸ਼ਾਟ ਹੀ ਆਦਿਤਿਆ ਸੀਗਾ, ਤਾਂ ਮੈਨੂੰ ਯਾਦ ਆ ਗਿਆ ਕਿ ਹਾਂ ਮਤਲਬ ਇੱਕ ਚੀਜ਼, ਕਿਉਂਕਿ ਇਹ ਖੁਦ ਇਹਨਾਂ ਨੂੰ ਬਹੁਤ ਇੰਟਰਸਟ ਹੈ, ਚਾਹੇ ਉਹ ਮਿਊਜ਼ਿਕ ਸਿਟਿੰਗ ਚ ਜਾਣ, ਇੱਕ ਸੁਰ ਦਾ ਇਹਨਾਂ ਨੂੰ ਪਤਾ ਹੈ, ਮੈਨੂੰ ਪਤਾ ਕਿ ਕਿਸ ਤਰ੍ਹਾਂ ਮਿਊਜ਼ਿਕ ਡਾਇਰੈਕਟਰਸ ਐਂਡ ਦੇ ਸੋ ਟੈਲੈਂਟਡ ਕਿ ਸਰ ਤੁਸੀਂ ਫੜ ਲਿਆ, ਸਰ ਤੁਸੀਂ ਸਾਨੂੰ ਇੱਥੇ ਫੜ ਲਿਆ, ਸਰ ਮਿਊਜ਼ਿਕ ਹੋ, ਐਕਸ਼ਨ ਹੋਵੇ, ਤੇ ਹੀ ਇਜ਼ देयर, of course ਬਿਲਕੁਲ ਟਰਸਟ ਕਰਦੇ ਨੇ ਆਪਣੇ ਜਿੰਨੇ ਵੀ ਟੈਕਨੀਸ਼ੀਅਨਸ ਨੇ, ਬਟ he has knowledge of all these departments, which is great for any director. ਤੇ ਮੇਰੇ ਲਈ ਤਾਂ ਬਿਲਕੁਲ ਹੀ ਇਹ ਪਹਿਲਾ ਐਕਸਪੀਰੀਅੰਸ ਸੀਗਾ, ਮੈਂ ਇਸ ਤਰ੍ਹਾਂ ਦੇ ਐਕਸ਼ਨ ਨਾ ਮੈਂ ਕਰਿਆ, ਨਾ ਮੈਨੂੰ ਕਿਸੇ ਨੇ ਆਫਰ ਕੀਤਾ, ਪਤਾ ਨਹੀਂ ਕਿਉਂ, ਬਟ ਇਹ ਐਕਸ਼ਨ because tactical skill ਤੇ work ਕਰਨਾ ਸੀ, it action ਵੀ ਕਈ ਤਰ੍ਹਾਂ ਦਾ ਹੁੰਦਾ, ਕੋਈ ਬਹੁਤ ਫਿਲਮੀ ਵੀ ਹੁੰਦਾ, ਤੇ ਜਦ ਸਾਡੇ ਜਿਹੜੇ ਕੋਚ ਸੀ, ਮਿਲਟਰੀ ਕੋਚ ਲੈਫਟੀਨੈਂਟ ਕਰਨਲ ਰਿਟਾਇਰਡ ਕੇਸ਼ਵਿੰਦਰ ਸਿੰਘ ਜੀ ਐਂਡ ਭੂਸ਼ਣ ਸਰ ਜੀ from NSG, ਉਹਨਾਂ ਨੇ ਪਹਿਲਾਂ ਸਾਨੂੰ ਪਹਿਲਾ ਦਿਨ ਪੁੱਛਿਆ ਕਿ ਜੀ ਫੜ ਕੇ ਦਿਖਾਓ ਜੀ ਇਹ ਗਲੋਟਸ ਕਿੱਦਾਂ ਫੜਦੇ ਨੇ ਤੁਸੀਂ, ਤੇ ਇਹ ਫਿਲਮ ਹੈਗੀ ਹੈ, ਇਹ ਫਿਲਮ ਹੈਗੀ ਹੈ, ਇਹ ਉਹ ਫਿਲਮ ਹੈਗੀ ਹੈ, ਉਹ ਬੇਟੇ ਮਤਲਬ ਇੰਨੇ ਨਕਲੀ, so he was just trying to lighten it up for us ਕਿ ਆਪਾਂ ਕੁਝ ਵੀ, ਉਹ ਠੀਕ ਹੈ, ਉਹ ਫਿਲਮਾਂ ਦਾ ਅਲੱਗ ਸੁਰ ਹੁੰਦਾ, ਪਰ ਅਸੀਂ ਉਹ ਨਹੀਂ ਕਰਾਂਗੇ, ਇੱਕ ਰਿਐਲਿਟੀ ਤੇ ਬੇਸਡ ਫਿਲਮ ਹੈ ਆਰਟੀਕਲ 370, ਤੇ ਜਿੰਨਾ ਦੇ ਕੈਰੈਕਟਰਸ ਰੀਅਲ ਨੇ, ਮੇਰਾ ਕਿਰਦਾਰ ਹੀ ਜ਼ੂਨੀ ਅਕਸਰ ਦਾ ਇੱਕ ਰੀਅਲ ਲਾਈਫ ਇੰਟੈਲੀਜੈਂਸ ਆਫਿਸਰ ਤੇ ਬੇਸਡ ਹੈ, ਤੇ ਬਾਕੀਆਂ ਦਾ ਇਨ ਦ ਸੈਂਸ that they are representing very important departments, CRPF and on ground forces, ਜਿੰਨਾ ਰੀਅਲ ਆਥੈਂਟਿਕ ਰੱਖਾਂਗੇ ਆਪਾਂ ਉਨਾ ਹੀ ਵਧੀਆ ਲੱਗੂਗਾ। ਤਾਂ ਬਿਲਕੁਲ ਜਿਹੜਾ ਇਹ ਤੋਂ ਵੀ ਪਹਿਲਾਂ ਊੜਾ ਐੜਾ ਰਾਈਟ, ਹਾਂਜੀ ਊੜਾ ਐੜਾ, ਹਾਂ ਊੜਾ ਤੇ ਵੀ ਜਿਹੜਾ ਕੋਈ ਪਹਿਲਾ ਆਈ ਥਿੰਕ ਡਾਇਰੈਕਟਰ ਹੋਵੇ, ਤੁਸੀਂ ਉਦੋਂ ਉਹਨੂੰ ਫੜ ਲਓ, ਇੰਨਾ ਹੀ ਡਿਟੇਲ ਨਾਲ ਪ੍ਰੈਪਰੇਸ਼ਨ ਕੀਤੀ ਸੀ, ਬਹੁਤ ਮਜ਼ਾ ਆਇਆ, ਬਹੁਤ ਮਜ਼ਾ ਆਇਆ। ਲਾਈਕ ਤੁਸੀਂ ਵੀ ਜਿਵੇਂ ਉਹਨਾਂ ਨੇ ਕਿਹਾ ਨਾ यामी ने कि बहुत इन्हों रियलिटी दे नजदीक रखा है ना, तो जब आप ऐसी चीज लिख रहे होते हैं ना, क्योंकि जब आप एक राइटर होते हैं आपको बहुत सारी क्रिएटिव लिबर्टीज चाहिए होती हैं, लेकिन आप रियलिटी के करीब रखते हुए क्रिएटिव होना मुश्किल है या फिर ये सीख गए हो आप? एक्चुअली मुश्किल नहीं है, बिकॉज जिस तरीके की कहानियां हम ढूंढते हैं उन कहानियों में इनफैक्ट हमारे को थोड़ा सा टोन डाउन करना पड़ता है, बिकॉज वो कहानियां इतनी गजब की होती है, रियलिटी इतनी गजब की होती है कि अगर हम वैसे का वैसा उसको दिखाते, लोग बोलेंगे अरे ऐसे थोड़ा ना होता, बट वो चीजें रियल में हुई हैं। जब उरी हुई तो काफी लोगों को लगा कि यार ये तो मतलब इतना बड़ा ऑपरेशन ऐसे कैसे कर लिया, बट कमाल की बात थी कि वो सारी चीजें सच थी, वो सारी चीजें हुई थी, लोगों के मतलब इतने सारे लोग जुड़े हुए थे उस ऑपरेशन से, सेम विद आर्टिकल 370, इतने सारे लोग जुड़े हुए थे, और 5 अगस्त 11-12 बजे तक किसी को आइडिया भी नहीं था, किसी ने एक जने ने लीक नहीं करी वो इन्फॉर्मेशन की क्या होने वाला है। तो वो सोचिए इतने बड़े ऑपरेशन में इतने सारे लोग जो इन्वॉल्व होते हैं, वो एक भी इंसान अपने वो लीक ना करे, वो अपने आप में एक बहुत कमाल की स्टोरी है। बिल्कुल, और जिस तरीके से
हमें वो आदत, क्योंकि एक एक राइटर का हमेशा दिमाग बड़ा क्यूरियस होता है, उसको जानना होता है कैसे हुआ, कैसे हुआ, मुझे और पता कर। तो जब ऐसी कहानियों में हम घुसते हैं, जब वो परतें निकलती हैं कहानियों की, के अंदर से कहानियों की, तब आपको लगता है कि यार ये कहानी तो कैसे भी हमारे को दर्शकों तक लानी ही पड़ेगी, चाहे कुछ भी हो जाए, बिकॉज ये बहुत इंपॉर्टेंट है अपने देश के लिए, अपने देशवासियों के लिए, कि उनको पता होना चाहिए कि कितनी मेहनत लगती है उनके लिए। तो वो हम्म, एक 5 अगस्त 2019 को पार्लियामेंट में एक अनाउंसमेंट हुई और उनको लगता है अरे ये तो हो गया, बदल गया, बट उनको ये नहीं समझ में आता कि सालों की मेहनत, कितने लोग इन्वॉल्व थे, कितने ब्यूरोक्रेट्स इन्वॉल्व थे, कितने पुलिस ऑफिसर्स इन्वॉल्व थे, एनआईए ऑफिसर्स इन्वॉल्व थे। तो उन सबकी मेहनत हमेशा दिखनी चाहिए कि कैसे हुआ। बिल्कुल। मुझे अभी भी याद है, उरी जब देखी थी, मैं पेरेंट्स को स्पेशली साथ लेके गया था। तो वो जो फीलिंग आती है, कहते हैं ना कि उसके बाद मुझे अभी भी याद है, विकी हमारे एक शो पे आए थे, तो लाइक अमृतसर में वाघा बॉर्डर पे। तो हाउस द जो जो यहाँ बोल रहे थे, यस उधर से भी आ गई थी। कहीं ना कहीं जो स्क्रीन से आप ट्रांसलेट कर पाते हैं लोगों के दिल तक, वो बहुत कमाल होता है। लेकिन इसके साथ साथ ना यामी, एक गल कहना चाहूंगा कि बहुत सारे एक्टर्स अपनी पर्सनल लाइफ तो ना बहुत सारी चीज़ां ਆਮ ਲੋਕਾਂ ਤੱਕ ਪਹੁੰਚਾ ਦਿੰਦੇ ਨੇ ਅੱਜ ਕੱਲ। ਲਾਈਕ ਸਪੈਸ਼ਲੀ ਜਦ ਅਸੀਂ ਤੁਹਾਨੂੰ ਲਾਈਕ ਪ੍ਰੈਗਨੈਂਸੀ ਦੌਰਾਨ ਕੰਮ ਕਰਦੇ ਵੇਖਦੇ ਆ ਨਾ, ਮੈਨੂੰ ਲੱਗਦਾ ਹੈ ਇੱਕ ਨੈਰੇਟਿਵ ਇਹ ਵੀ ਤੁਸੀਂ ਸੈੱਟ ਕਰਦੇ ਹੋ ਕਿ ਇਟ ਇਜ਼ ਨਾਰਮਲ, ਤੇ ਮੈਂ ਖੁੱਲ ਕੇ, ਮੈਨੂੰ ਬਹੁਤ ਚੰਗਾ ਲੱਗਾ ਕਿ ਮੈਂ ਤੁਹਾਨੂੰ ਇਸ ਹਾਲਤ ਦੇ ਵਿੱਚ ਇੰਟਰਵਿਊ ਕਰ ਰਿਹਾ ਹੈ ਨਾ, ਕਿ ਇਟ ਇਜ਼ ਨਾਰਮਲ ਐਂਡ ਤੁਸੀਂ ਸਾਰਾ ਕੁਝ ਕਰ ਸਕਦੇ ਹੋ। ਔਰ ਵਰਕ ਫੋਰਸ ਦੇ ਲਾਈਕ ਤੁਹਾਡਾ ਵਰਕ ਸਟਰਕਚਰ ਬਹੁਤ ਨਾਰਮਲ ਹੋ ਸਕਦਾ ਹੈ ਜਦ ਤੁਹਾਡੇ ਆਸ-ਪਾਸ ਲੋਕ ਸਾਰਾ ਕੁਝ ਨਾਰਮਲ ਰੱਖਣ। ਤਾਂ ਤੁਹਾਡੇ ਲਈ ਇਹ ਸਾਰਾ ਕਿਵੇਂ ਕਿਵੇਂ ਚੱਲ ਰਿਹਾ? ਬਿਕੋਜ਼ ਫਿਲਮ ਪ੍ਰੋਮੋਸ਼ਨਸ ਬਹੁਤ ਹੈਕਟਿਕ ਹੁੰਦੇ ਨੇ। बिल्कुल, लास्ट लाइन तो बिल्कुल ही दिल पे छू गई। फिल्म प्रमोशन बहुत एक्टिंग होते फिल्म हैं। प्रमोशन, आई थिंक फिल्म शूट से ज्यादा फिल्म है। शूट तो ज्यादा एक्टिंग होते हैं फिल्म प्रमोशंस, बिल्कुल एंड स्पेशली हर बार बाय द टाइम यू रीच दिस टाइम ਤੁਹਾਨੂੰ ਲੱਗਦਾ ਨਹੀਂ ਯਾਰ ਹੋਰ ਕਰ ਲਈਏ, मतलब पहुंच रही है फिल्म दर्शकों तक की नहीं। देयर इज ओनली सो मच वी कैन डू, ਅਸੀਂ ਇੰਨਾ ਹੀ ਬੋਲ ਸਕਦੇ ਹਾਂ, ਅਸੀਂ ਰਿਕੁਐਸਟ ਹੀ ਕਰ ਸਕਦੇ ਹਾਂ। ਬਟ ਜਦ ਵਰਡ ਆਫ ਮਾਊਥ ਸਟਰੋਂਗ ਹੋਵੇ ਤੇ ਅਸੀਂ ਫਿਰ ਐਕਸਪੈਕਟ ਕਰਦੇ ਹਾਂ, ਆਈ ਥਿੰਕ ਆਡੀਅנס ਤੇ ਮੀਡੀਆ ਰਾਹੀਂ ਤੁਸੀਂ ਯੂ ਸਪਰੈਡ ਦ ਵਰਡ, ਉਹਦੇ at par nothing can come close to the strength of word of power. ਤੇ ਬਿਲਕੁਲ I think Mavneet, this is something which I think ਕहीं ਨਾ ਕहीं subconsciously ਮੇਰੀ inspiration ਮੇਰੀ mother ਹੈਗੀ ਹੈ। ਤੇ so many women out there ਜਿਹੜੇ ਆਪਣੇ ਆਪ ਨੂੰ ਬੈਲੈਂਸ ਕਰਦੇ ਆ ਆਪਣਾ ਕੰਮ, मतलब हजे तक चीज़ां बहुत इन्नी सहूलतें उसको बोलते हैं साडे कोल हैगियां, यू नो जे तुसी कुछ भी ਤੁਹਾਨੂੰ ਕੁਝ ਵੀ चाहिए 10 ਮਿੰਟ ਤੇ ਤੁਹਾਡੇ ਡੋਰ ਸਟੈਪ ਤੇ ਆ ਸਕਦਾ ਹੈ। ਤੇ ਆਫ ਕੋਰਸ ਵੀ ਹੈਵ एवरीथिंग, बट उस वक्त we've seen our mothers you know ਕਿਸ ਤਰ੍ਹਾਂ ਉਹ ਬੈਲੈਂਸ ਕਰਦੀਆਂ ਸੀਗੀਆਂ ਕੰਮ। ਅੱਜ ਵੀ ਸਾਰੇ ਰੋਲਸ ਰਿਟਾਇਰ ਹੋ ਸਕਦੇ ਨੇ, ਬਟ ਇੱਕ ਮਾਂ ਦਾ ਰੋਲ ਮੈਨੂੰ ਲੱਗਦਾ ਕਦੇ ਵੀ ਰਿਟਾਇਰ ਨਹੀਂ ਹੁੰਦਾ। ਤੇ ਸੋ ਮਾਈ ਇੰਸਪੀਰੇਸ਼ਨ ਕੇਮ ਫਰਮ देयर, एंड ऑफ कोर्स बहुत ਤੁਸੀਂ ਲੱਕੀ ਹੁੰਦੇ ਹੋ ਜਿਹੜੇ ਤੁਸੀਂ ਦੇਖ ਹੀ ਲਿੱਤਾ ਹੈ ग्रीन फ्लैग ग्रीन फॉरेस्ट, ਜਿਹੜੇ ਲਾਈਫ ਪਾਰਟਨਰ ਇਸ ਤਰ੍ਹਾਂ ਦੇ ਹੋਵੇ। ਤਾਂ ਤੇ ਜੇ ਤੁਸੀਂ ਬਿਲਕੁਲ ਜੇ ਤੁਸੀਂ ਬੈਲੈਂਸ ਕਰਨਾ ਚਾਹੋ, ਅਨਲੈਸ देयर इज अ मेडिकल कोई मेडिकल कंडीशन, कोई मेडिकल सुपरविजन होवे, वो बहुत जरूरी है, देन यू शुड नॉट इग्नोर। वो बहुत जरूरी है जे बिकॉज योर प्रायोरिटी इज ऑब्वियसली योर चाइल्ड। पर जे सब कुछ ठीक हैगा, करेक्ट सुपरविजन हैगी है, करेक्ट प्यार इमोशनल सपोर्ट हैगी है, ਤੁਸੀਂ सब कुछ कर सकते हो विदाउट ओवरथिंकिंग। बिल्कुल। इस सुरीली वालों ऑर्गेनिक वो कहने देसी का डब्बा आ गया। बिल्कुल, उन्होंने क्यों ना ऐसे हो गया करे। देसी क्यों, देसी अदरक, देसी हल्दी, तो बिल्कुल बिल्कुल क्या बात है। ਤੇ ਨਾ ਜਦ ਤੁਸੀਂ ਸਾਰੇ ਇਕੱਠੇ ਕੰਮ ਕਰਦੇ ਹੁੰਦੇ ਹੋ ਤਾਂ ਬਹੁਤ ਹੱਦ ਤੱਕ ਤੁਸੀਂ ਲਾਈਕ ਪਰਸਨਲੀ ਜਾਣਦੇ ਹੋ, ਪ੍ਰੋਫੈਸ਼ਨਲੀ ਜਾਣਦੇ ਹੋ, ਲੇਕਿਨ ਨਾ ਇੱਕ ਬਹੁਤ ਇੰਪੋਰਟੈਂਟ ਤੇ ਬਹੁਤ ਖਾਸ ਮੌਕਾ ਹੁੰਦਾ ਹੈ ਜਦ ਸਾਹਮਣੇ ਵਾਲਾ ਤੁਹਾਡਾ ਪਾਰਟਨਰ ਤੁਹਾਨੂੰ ਸਰਪ੍ਰਾਈਜ਼ ਕਰ ਦੇਵੇ ਆਪਣੇ ਕੰਮ ਦੇ ਨਾਲ। ਤੁਸੀਂ ਮੈਨੂੰ ਉਹ ਮੂਮੈਂਟ ਦੱਸੋ ਇਸ ਫਿਲਮ ਦੇ ਦੌਰਾਨ, ਉਹ ਕਦੋਂ ਹੋਇਆ ਜਦ ਆਦਿਤਿਆ ਲਾਈਕ ਯਾਮੀ ਨੇ ਤੁਹਾਨੂੰ ਸਰਪ੍ਰਾਈਜ਼ ਕਰ ਦਿੱਤਾ? ਓ ਮਾਈ ਗॉड, ਆ ਕੁੜੀ ਇਹ ਵੀ ਕਰ सकती है। हर सीन में जब भी मैं देखता था कोई सीन हो रहा होता था, चाहे वो एक्शन का हो चाहे इमोशनल सीन हो, ऑफ कोर्स पता तो था ही कि किस लेवल की टैलेंटेड एक्ट्रेस है ये। मगर जैसा मैं एक छोटा सा एग्जांपल देता हूँ कि अगर आप फिल्म देखेंगे तो एक इमोशनल कैरेक्टर
और एक स्ट्रॉन्ग लेडी जो फाइट भी कर सकती है, उस पूरे ग्राफ को इन्होंने कवर किया है। पूरे ग्राफ को फिल्म में कवर किया उन्होंने, एंड ये बहुत डिफिकल्ट होता है। कई बारी आप देखेंगे एक एक्टर एक्शन में बहुत बढ़िया होता है बट इमोशंस में बहुत वीक होता है, या इमोशंस में बहुत बढ़िया होता है तो एक्शन में बहुत वीक होता है। बट पहली बार आप देखेंगे एक फीमेल एक्टर ने जो पूरा स्पेक्ट्रम कवर किया है एक फिल्म, तो वो इन इट सेल्फ वाज समथिंग विच वाज एक्स्ट्रॉर्डनरी। आप देख के हैरान, हम शूट पे रोज हैरान हो जाते। और कमाल की बात थी कि जितने भी सीन्स थे, चाहे वो एक्शन के हो या चाहे वो इमोशनल सीन्स हो, 99% सारे पहली टेक में कंफर्म हो गए थे। वन टेक, शी जस्ट वेंट, शी डिड इट, शी केम आउट एंड इट वाज ओके। दिस इज सरप्राइजिंग क्योंकि एक्शन सीन वन टेक से ओके होना सौखा नहीं है। अरे बहुत मुश्किल होता है, बहुत मुश्किल होता है। एक्चुअली हमने उरी में भी वो कोशिश करी थी और काफी हद तक सफल हो पाए थे, क्योंकि हमारे जो फिल्में बनती है वो, जिसको वो बोलते हैं ना इंडी फिल्में, इंडी फिल्मों के बजट पे हम कमर्शियल फिल्म बनाने की कोशिश करते हैं। तो हमारे बजट बहुत कम होते हैं बट हम स्केल हमेशा बड़ा दिखाना चाहते हैं। उरी में भी वही था और आर्टिकल 370 में भी वही है। तो उसमें आपके पास चॉइसेस कम होते हैं, आपके पास दिन कम होते हैं, आपके पास फैसिलिटीज कम होती है, बट जज्बा आपके पास डबल होता है। तो वो जज्बे पे खेल जाते हैं हम। बिल्कुल। एंड जस्ट वांट टू नो कि यामी वर यू प्रेग्नेंट व्हाइल शूटिंग दिस या फिर उस तो बाद पता लग ਗਿਆ ਸੀ? नहीं, ਜਿਹੜੇ ਜਿੰਨੇ ਵੀ ਐਕਸ਼ਨ ਸੀਨ ਸੀਗੇ, ਜਿੰਨੀ ਵੀ ਰਿਗਰਸ ਟ੍ਰੇਨਿੰਗ ਸੀ ਉਦੋਂ I was not, and that's God's blessing. but ਜਦ ਤੱਕ ਪਤਾ ਲੱਗਿਆ ਤੇ ਜਿੰਨੇ ਵੀ exterior shots ਹੁੰਦੇ ਨੇ, scenes ਹੁੰਦੇ ਨੇ, talky portions, of course ਕਸ਼ਮੀਰ ਵੀ ਕਾਫੀ ਸ਼ੂਟ ਕੀਤਾ। I was so yeah। ਤੇ ਇੱਕ ਖਬਰ ਮੈਂ ਸੈੱਟ ਤੇ ਆਈ ਸੀ ਤੁਸੀਂ ਇਹਨਾਂ ਨੂੰ? हाँ, सेट पे नहीं, बट शूटिंग के दौरान होटल में बनी। अच्छा, उस दिन हमारा ऑफ डे था एंड हम दिल्ली में थे उस टाइम पे, एंड काफी स्पेशल मूवमेंट था जब पता चला, बिकॉज एक्सपेक्ट नहीं किया था हमने। मतलब हम तो शूट में इतने ज्यादा बिजी थे, हमने सोचा भी नहीं था कि ऐसी गुड न्यूज सडनली सुनने को मिलेगी। बट जब पता चला तो बहुत ओवरवेलमिंग था, बहुत खुशी का मौका था, तो बहुत अच्छा लगा। क्या बात है। ਮੈਨੂੰ ਇੰਨਾ ਪਤਾ ਕਿ ਚੰਡੀਗੜ੍ਹ 'ਚ ਵੀ ਪੂਰੀਆਂ ਸੈਲੀਬ੍ਰੇਸ਼ਨਸ ਹੋਈਆਂ ਨੇ। ਮੈਨੂੰ ਲੱਗਦਾ ਹੈ ਕਿ ਯਾਮੀ ਦੇ ਸਹਾਰੇ ਮੈਂ ਵੀ 2 ਡੱਬੇ ਮੰਗ ਹੀ ਲਵਾਂਗਾ ਕਿ 2 ਡੱਬੇ ਐਵੇਂ ਵੀ ਭੇਜ। ਬਿਲਕੁਲ ਬਿਲकुल हक नाल। और ਹੈਗਾ कहना सुरीली ने तो कहना हाँ तू भेज, मैं अभी भेज देती हूँ। knowing Surili of course she will। ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਬਹੁਤ ਵਧੀਆ ਜਿਹੜਾ ਤੁਹਾਡਾ ਕੰਬੀਨੇਸ਼ਨ ਰੀਅਲ ਲਾਈਫ ਤੇ ਰੀਲ ਤੇ ਵੀ ਦਿਖ ਰਿਹਾ ਹੈ। ਇੱਕ ਕਹਿੰਦੇ ਨਾ ਕਿ ਕਲਮ ਜਦ ਵਧੀਆ ਚੱਲਦੀ ਹੈ ਉਹਨੂੰ ਬਿਹਤਰ ਤਰੀਕੇ ਦੇ ਨਾਲ ਤਦ ਹੀ ਪੇਸ਼ ਕੀਤਾ ਜਾ ਸਕਦਾ ਹੈ ਜਦੋਂ ਬਿਹਤਰ ਚੱਲੀ ਹੋਵੇ, ਹੈ ਨਾ। ਤੇ ਉਹ ਬਿਲਕੁਲ ਸਕਰੀਨ ਤੇ ਦਿਖ ਰਹੀ है। ਤੇ हम आशा करेंगे कि बहुत ज्यादा सारी फिल्में आदित्य आप लिखते जाएं, मैं कहता हूँ यामी करती जाए और भी दूसरी प्रोडक्शन भी आप बढ़ाते रहे अपनी। थैंक यू बहुत बढ़िया। यामी ਸਾਰੀਆਂ ਲੇਡੀਜ਼ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਨੂੰ ਦੇਖ ਕੇ ਇਨਸਪਾਇਰ ਹੁੰਦੇ ਨੇ, ਲਾਈਕ ਯੂ ਆਰ ਵਰਕਿੰਗ, ਐਵਰੀਥਿੰਗ ਇਜ਼ ਹੈਪਨਿੰਗ, ਹੈ ਨਾ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਡਬਲ ਰੋਲਸ ਨਿਭਾ ਰਹੀਆਂ ਜਾਂ ਫਿਰ ਕਈ ਜਿਨ੍ਹਾਂ ਦੇ ਮਨ 'ਚ ਮਾੜੀ ਹੈਜ਼ਿਟੇਸ਼ਨ ਹੁੰਦੀ ਹੈ ਇਸ ਸਟੈਪ ਤੇ ਆਉਣ ਤੋਂ ਪਹਿਲਾਂ ਕਿ ਹਾਏ ਜ਼ਿੰਦਗੀ ਕੈਸੀ ਹੋਈ? नहीं, आई थिंक मैं सलाह देने वाले एक्चुअली बहुत है, तो मैं थोड़ी मैंने घबराहट होती है सलाह देने तो पहला, क्योंकि आजकल इन्नी सलाह है, हर जगह तुसी इंटरनेट खोलो सलाह है ते सलाह ते मैनू लगदा तुहानू अपनी मन दी गल सुननी चाहिए। एंड ऑफ कोर्स इन माय एक्सपीरियंस मम्मी इज ऑलवेज राइट। ते आई थिंक इस सब तो ट्रेडिशनल क्लासिक जिहड़ी सलाह होगी तुहाडी अपनी मम्मी आई थिंक तुहानू दूंगी, एंड थोड़ी अपनी आई थिंक मन की आवाज। आई फील आज जमाना बहुत बदल चुका हैगा, बहुत अपॉर्चुनिटीज बहुत ने, सहूलतां बहुत ने, ਆਪਾਂ ਗੱਲ ਕਰ ਰਹੇ ਸੀ। ਤੇ ਤੁਹਾਡਾ ਮਨ ਕੀ ਕਰਦਾ ਹੈ, ਤੁਹਾਡਾ ਮਨ ਕੀ ਕਰਦਾ ਹੈ। as I said, ਜੇ ਕੋਈ ਮੈਡੀਕਲ ਕੋਈ ਹੈਲਥ ਕੰਪਲਿਕੇਸ਼ਨ ਹੋਵੇ ਤੇ ਪਲੀਜ਼ ਯੋਰ ਪ੍ਰਾਇੋਰਟੀ ਤੁਹਾਡੀ ਹੈਲਥ ਹੋਣੀ ਚਾਹੀਦੀ ਹੈ, ਤੁਹਾਡੀ ਮਾਨਸਿਕ ਸਥਿਤੀ ਹੋਣੀ ਚਾਹੀਦੀ ਹੈ। ਪਰ ਜੇ ਸਭ ਕੁਝ ਠੀਕ ਹੈਗਾ ਤੇ ਘਬਰਾਓ ਨਹੀਂ। आई थिंक सब कुछ ਸਾਨੂੰ ਬਹੁਤ ਤਾਕਤ ਦਿੱਤੀ ਹੈ परमात्मा ने, स्पेशली ਜਿਹੜੀ ਆਪਾਂ ਇੰਡੀਅਨ ਵੂਮਨ ਹੈਗੀਆਂ। आई थिंक ਅਸੀਂ ਵੀ ਆਰ ਮਚ ਮੋਰ ਸਟਰੋਂਗਰ, ਮਚ ਮੋਰ ਸਟਰੋਂਗਰ। ਤੇ ਆਪਾਂ ਅਸੀਂ ਤਾਂ ਚਲੋ ਫਿਲਮ 'ਚ ਰੋਲ ਨਿਭਾਉਂਦੇ ਹਾਂ, ਪਰ ਰੀਅਲ ਲਾਈਫ ਸਾਡੇ ਮਲਟੀਪਲ ਰੋਲਸ ਹੁੰਦੇ ਆ। ਇੱਕ ਹੀ ਵਕਤ 'ਚ ਤੁਸੀਂ ਵਾਈਫ ਵੀ ਹੋ, ਬੇਟੀ ਵੀ ਹੋ, ਮਾਂ ਵੀ ਹੋ, ਫਰੈਂਡ ਵੀ ਹੋ, ਪ੍ਰੋਫੈਸ਼ਨਲ ਵੀ ਹੋ।
ਤੇ ਸਾਨੂੰ ਜੇ ਵੱਖਰੇ ਰੋਲਸ ਦਿੱਤੇ ਨੇ ਤਾਂ ਇੰਨੀ ਤਾਕਤ ਵੀ ਦਿੱਤੀ ਹੈ ਟੂ ਬੈਲੈਂਸ ਇਟ ਆਲ। ਤੇ ਘਬਰਾਓ ਨਹੀਂ, ਆਈ ਥਿੰਕ ਮੇਕ ਦ ਰਾਈਟ ਚੋਇਸਸ, ਔਰ ਬਹੁਤ ਬਹੁਤ ਸੋਚਣਾ ਨਹੀਂ ਹੁੰਦਾ, ਬਹੁਤ ਓਵਰਥਿੰਕ ਨਹੀਂ ਕਰਨਾ ਹੁੰਦਾ। ਆਈ ਥਿੰਕ ਸਭ ਤੋਂ ਜ਼ਿਆਦਾ ਪ੍ਰੋਬਲਮ ਇਹ ਹੁੰਦੀ ਹੈ ਜਦ ਤੁਸੀਂ ਬਹੁਤ ਜ਼ਿਆਦਾ ਸੋਚਦੇ ਹੋ। ਜਸਟ ਗੋ ਵਿਦ ਦ ਫਲੋ, ਖੁਸ਼ ਰਹੋ, ਅੱਛਾ ਖਾਓ ਜ਼ਰੂਰ ਅੱਛਾ, 100%। I think, and I'm telling you, being an actress, I eat everything. Of course, वो बहुत जरूरी है कि I think खुराक सही होनी चाहिए। I think यही फर्क हो गया I think उस generation पे सारी generation, one of the things। and internet ਤੇ ਹਰ ਚੀਜ਼ ਢੂੰਡਣ ਦੀ ਜ਼ਰੂਰਤ ਨਹੀਂ ਹੈ ਕਿ ਤੁਹਾਡੀ ਮੰਮੀ ਹੈਗੇ ਤੁਹਾਨੂੰ ਗਾਈਡ ਕਰਨ ਲਈ ਤੇ ਤੁਹਾਡੇ ਡਾਕਟਰਸ ਨੇ, ਤੇ you can do anything। क्या बात है। हम उम्मीद करेंगे कि सब कुछ बहुत बढ़िया बढ़िया जल्दी जल्दी ਸਾਨੂੰ ਪਤਾ। ਤੇ ਨਾਲ ਆਦਿਤਿਆ ਪ੍ਰੋਮਿਸ ਇੱਥੇ ਲੈ ਰਿਹਾ ਹੁਣ ਮੈਂ, ਪਰ ਚੰਡੀਗੜ੍ਹ ਆ ਕੇ ਪਾਰਟੀ ਦੇ ਤੁਹਾਨੂੰ। डन है, डन डी, जरूर करेंगे। Super। मैं सारे टब्बर ਨੂੰ ਭੇਜੂੰਗਾ। चलेगा। ਕਿ ਦੇਖੋ ਤੁਹਾਡਾ ਜਵਾਬ ਨਹੀਂ ਦੇ ਰਿਹਾ। So sweet, Harneet। So sweet। That's so sweet। ਆਲ ਦ ਬੈਸਟ ਯਾਮੀ, ਤੁਸੀਂ Thanks। ਛੇਤੀ ਲਈ ਜ਼ਿੰਦਗੀ ਦੇ ਨਵੇਂ ਪੱਧਰ ਤੇ ਹੁਣ ਪਹੁੰਚ ਚੁੱਕੇ ਹੋ, ਉੱਥੇ ਪਹੁੰਚੋ, ਤੁਹਾਡਾ ਕਰੀਅਰ ਬਹੁਤ ਵਧੀਆ ਜਾਵੇ, ਤੇ ਹੁਣ ਜਦ ਤੁਸੀਂ ਚੰਡੀਗੜ੍ਹ ਆਓ ਆਪਾਂ ਜ਼ਰੂਰ ਮਿਲਾਂਗੇ। ਐਂਡ ਵੀ ਵਿਸ਼ ਯੂ ਆਲ ਦ ਬੈਸਟ, ਕੰਗ੍ਰੈਚੁਲੇਸ਼ਨਸ ਫॉर ਆਰਟੀਕਲ 370। Thank you so much once again। Thank you so much। Thank you।